तं येन तस्मै नमः। श्रीचैतन्यमनोभीष्टं स्थापितं येन भूतले स्वयं रूपः कदा मह्यं ददाति स्वपदान्तिकम्। नमामि विष्णुपादाय कृष्णप्रेष्ठाय भूतले श्रीमते भक्तिवेदान्त स्वामिनिति नामिने। नमस्ते सारस्वती देवे गौरवाणी प्रचारिणे निर्विशेष शून्यवादी पाशाचारिणे। श्रील प्रभुपाद की जय। भगवद गीता अध्याय 2 श्लोक संख्या 15 2.15। यम ही ना व्यथन्येते पुरुषम पुरुषर्षभ सम दुःख सुखम धीरम सोऽमृत्वाय कल्पते। बहुत ही प्रैक्टिकल श्लोक है साडे वास्ते। पिछले श्लोक दे विच कृष्णा अर्जुन ਨੂੰ ਕਹਿ ਰਿਹਾ ਹੈ ਕਿ ਮਾਤਰਾ ਸਪਰਸ਼ਾਸਤੂ ਕੌਂਤੇਯ शीतोष्ण सुख दुख दा आगम पाइनो नित्या स्थान तितिक्ष सुधारत। कि ਅਸੀਂ ਵੇਖਦੇ ਹਾਂ ਕਿ ਸਾਡੀ ਲਾਈਫ ਦੇ ਵਿੱਚ ਦੁੱਖ ਆਉਂਦਾ ਰਹਿੰਦਾ ਹੈ, ਕਦੀ ਆਉਂਦਾ ਹੈ ਕਦੀ ਜਾਂਦਾ ਹੈ। ਕ੍ਰਿਸ਼ਨਾ ਕਹਿ ਰਿਹਾ ਜਿਹੜਾ ਸੁੱਖ ਤੇ ਦੁੱਖ ਆਉਂਦਾ ਜਾਂਦਾ ਇਹ ਗਰਮੀ ਤੇ ਸਰਦੀ ਦੇ ਮੌਸਮ ਦੇ ਵਰਗਾ ਹੈ। ਸਰਦੀ ਆਉਂਦੀ ਹੈ ਸਾਨੂੰ ਸਰਦੀ ਸਹਿਨ ਕਰਨੀ ਪੈਂਦੀ ਹੈ। ਜਦੋਂ ਗਰਮੀ ਆਉਂਦੀ ਹੈ ਜੂਨ ਜੁਲਾਈ ਦੇ ਮਹੀਨੇ ਦੀ ਗਰਮੀ ਉਦੋਂ ਸਾਨੂੰ ਗਰਮੀ ਸਹਿਨ ਕਰਨੀ ਪੈਂਦੀ। ਤੇ ਕ੍ਰਿਸ਼ਨਾ ਕਹਿ ਰਿਹਾ ਕਿ ਸਹਿਨ ਕਰੋ, ਕੋਈ ਦਿੱਕਤ ਪ੍ਰੋਬਲਮ ਕੋਈ ਨਹੀਂ ਹੈ, ਸਹਿਨ ਕਰੋ, ਕੋਈ ਕੁਝ ਨਹੀਂ ਹੁੰਦਾ। ਅਗਲੇ ਸ਼ਲੋਕ ਵਿੱਚ ਕ੍ਰਿਸ਼ਨਾ ਕੀ ਕਹਿ ਰਿਹਾ ਹੈ, ਯਮ ਹੀ ਨਾ ਵਿਅਥਨ ਯੇਤੇ ਪੁਰਸ਼ਮ ਪੁਰਸ਼ਿਦਸ਼। ਕਿ ਜਿਹੜਾ ਬੰਦਾ ਵਿਅਥਨ ਯੇਤੇ, ਪ੍ਰਭੁਪਾਦ ਜੀ ਲਿਖ ਰਹੇ ਹਿੰਦੀ ਪੰਜਾਬੀ ਦੇ ਵਿੱਚ, ਵਿਅਥਨ ਯੇਤੀ ਡਾਵਾਡੋਲ ਨਹੀਂ ਕਰਦੇ। ਕਿ ਜਿਵੇਂ ਸਮੁੰਦਰ ਦੇ ਵਿੱਚ ਜਦੋਂ ਇੱਕ ਬੇੜੀ ਜਾ ਰਹੀ ਹੁੰਦੀ ਹੈ ਪਾਣੀ ਦੇ ਵਿੱਚ ਤੇ ਉਹ ਡਾਵਾਡੋਲ ਕਰਦੀ, ਉਥਲ ਪੁਥਲ, ਜਿਹਨੂੰ ਲਾਈਫ ਦੀ ਉਥਲ ਪੁਥਲ ਕਹਿੰਦੇ ਨੇ, ਹੁੰਦਾ ਰਹਿੰਦਾ। ਤੇ ਕ੍ਰਿਸ਼ਨਾ ਕਹਿ ਰਿਹਾ ਸਮ ਦੁੱਖ ਸੁਖਮ ਧੀਰਮ। ਜਿਹੜਾ ਬੰਦਾ ਦੁੱਖ ਤੇ ਸੁੱਖ ਦੇ ਵਿੱਚ ਸਮਾਨ ਰਹਿੰਦਾ ਹੈ ਉਹਨੂੰ ਧੀਰ ਕਿਹਾ ਜਾਂਦਾ ਹੈ। ਧੀਰ ਮਤਲਬ ਕਿ ਵੈਸੇ ਤੇ ਪੰਜਾਬੀ ਦਾ ਸ਼ਬਦ ਨਹੀਂ ਹੈ ਧੀਰ, ਪਤਾ ਨਹੀਂ ਹੈਗਾ ਕਿ ਨਹੀਂ ਹੈਗਾ। ਧੀਰ ਮਤਲਬ ਜਿਹੜਾ ਬੰਦਾ ਸਬਰ ਹੈ, ਸਬਰ ਹੈ, ਸੰਤੋਖ ਹੈ, ਇਹ ਚੀਜ਼ਾਂ। ਸੋ ਅੰਮ੍ਰਿਤਵਾय ਕਲਪਤੇ, ਉਹ ਬੰਦਾ ਅੰਮ੍ਰਿਤਵਾय, ਉਹਨੂੰ ਅੰਮ੍ਰਿਤ ਮਿਲ ਜਾਂਦਾ ਹੈ। ਅੰਮ੍ਰਿਤ ਮਤਲਬ ਕਿ ਉਹ ਦੁਬਾਰਾ ਫੇਰ ਨਹੀਂ ਮਰਦਾ। ਅਨੁਵਾਦ ਪੰਜਾਬੀ ਦੇ ਵਿੱਚ ਪ੍ਰਭੁਪਾਦ ਜੀ ਲਿਖ ਰਹੇ ਹੈ ਕਿ ਇਹ ਪੁਰਸ਼ ਸ਼੍ਰੇਸ਼ਠ ਅਰਜੁਨ, ਮਤਲਬ ਕਿ ਜਿਹੜਾ ਮਨੁੱਖ ਸੁੱਖ ਅਤੇ ਦੁੱਖ ਵਿੱਚ ਡਾਵਾਂਡੋਲ ਨਹੀਂ ਹੁੰਦਾ ਅਤੇ ਇਹਨਾਂ ਦੋਵਾਂ ਵਿੱਚ ਸਮ ਭਾਵ ਰਹਿੰਦਾ ਹੈ, ਉਹ ਯਕੀਨੀ ਤੌਰ ਤੇ ਮੁਕਤੀ ਦੇ ਯੋਗ ਹੈ। ਪ੍ਰਭੁਪਾਦ ਜੀ ਆਪਣੇ ਦੇ ਭਾਵ ਵਿੱਚ ਲਿਖਦੇ ਪਏ ਨੇ, ਜਿਹੜਾ ਮਨੁੱਖ ਆਤਮ ਪ੍ਰਤੱਖੀਕਰਨ ਦੀ ਉੱਚੀ ਅਵਸਥਾ ਪ੍ਰਾਪਤ ਕਰਨ ਲਈ ਪੱਕਾ ਇਰਾਦਾ ਕਰ ਲੈਂਦਾ ਹੈ ਅਤੇ ਸੁੱਖ ਅਤੇ ਦੁੱਖ ਦੀਆਂ ਚਪੇੜਾਂ ਨੂੰ ਸਮਭਾਵ ਨਾਲ ਬਰਦਾਸ਼ਤ ਕਰ ਸਕਦਾ ਹੈ, ਉਹ ਯਕੀਨੀ ਤੌਰ ਤੇ ਮੁਕਤੀ ਦੇ ਯੋਗ ਹੈ। ਇੱਥੇ ਮੈਂ ਇੱਕ ਗੱਲ ਮੈਂ ਦੱਸਣਾ ਚਾਹਾਂਗਾ ਕਿ ਪ੍ਰਭੁਪਾਦ ਜੀ ਇੱਕ ਬੜੀ ਵਧੀਆ, ਜਿਵੇਂ ਕਹਿੰਦੇ ਨੇ ਕਿ ਸਿੱਖਣ ਵਾਲੀ ਗੱਲ ਕੀ ਲਿਖਦੇ ਪਏ ਨੇ ਪ੍ਰਭੁਪਾਦ ਇਸ ਸ਼ਲੋਕ ਦੇ ਵਿੱਚ, ਕਿ ਜਿਹੜਾ ਮਨੁੱਖ ਆਤਮ ਪ੍ਰਤੱਖੀਕਰਨ ਦੀ ਉੱਚੀ ਅਵਸਥਾ ਪ੍ਰਾਪਤ ਕਰਨ ਲਈ ਪੱਕਾ ਇਰਾਦਾ ਕਰ ਲੈਂਦਾ। ਆਤਮ ਪ੍ਰਤੱਖੀਕਰਨ ਦੀ ਉੱਚੀ ਅਵਸਥਾ। ਹੁਣ ਆਤਮ ਪ੍ਰਤੱਖੀਕਰਨ ਕੀ ਚੀਜ਼ ਹੈ ਨਾ, ਜਿਹੜਾ ਬੰਦਾ ਆਪਣੀ ਆਤਮਾ ਨੂੰ ਵੇਖ ਸਕਦਾ। ਹੁਣ ਜਿੰਨੇ ਡਿਵੋਟੀਜ਼ ਇੱਥੇ ਬੈਠੇ ਦੇ ਨੇ, ਜਿਹੜੇ ਮੈਨੂੰ ਸੁਣਦੇ ਪਏ ਨੇ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਰੇ ਮਤਲਬ ਕਿ ਜਿਹੜੇ ਜਿਨ੍ਹਾਂ ਨੇ ਹਲੇ ਤੱਕ ਭਗਵਦ ਗੀਤਾ ਦੀ ਕਲਾਸ ਨੂੰ ਅਟੈਂਡ ਕੀਤਾ ਹੈ, ਉਹ ਸਾਰਿਆਂ ਨੂੰ ਜ਼ਰੂਰ ਸੁਣਿਆ ਦਾ ਸਾਰਿਆਂ ਨੇ ਕਿ ਅਸੀਂ ਸਰੀਰ ਨਹੀਂ ਹੈਗੇ, ਅਸੀਂ ਇੱਕ ਆਤਮਾ ਵਾਂ ਜਿਹੜੇ ਕਿ ਇਸ ਸਰੀਰ ਦੇ ਵਿੱਚ
ने कर्मां दे कारण फसिया होया। कहने का मतलब असी आत्मावां वां, सारियां ही आत्मावां, पर ये सिर्फ असी सुनिया दा, इस चीज नूं असी रियलाइज नहीं किया, प्रतੱਖੀਕਰਨ नहीं होया। डायरैक्ट जिवें असी किसी बंदे नूं मिलदे हां, हैंडशेक करते हैं, हाथ मिलाते हैं, गलबात करते हैं, बिल्कुल साडे सामने है, असीं उहदे नाल कोई भी गल कर सकते हैं। ये कोई गल करांगे तो सानू अगों जवाब भी आंदा है, रेसिप्रोकेशन हुंदी है, क्योंकि वो साडे सामने खलोता है, बिल्कुल साडे प्रतੱਖ खलोता है। प्रत्यक्ष, प्रत्यक्ष तो पंजाबी च प्रतੱਖ लिखिया गया है। पर अही देखते हैं कि जदों असीं शीशा देखते हैं तो शीशे दे विच सानू की नज़र आंदा है? थोबड़ा, यही शक्ल नज़र आती है। हड्ड मास दे नाल बनिया दा जिहड़ा थैला होवे वो नज़र आंदा है। श्री भागवतम दे श्लोक आ रहा है, यस्य आत्म बुद्धि कुणपे त्रिधातु पे स्वधी क्लत्रादिषु भौमयुज्यति, कि यस्यात्म बुद्धि कुणपे त्रिधातु पे, कुणपे क्या जांदा है? बोरी नूं, थैले नूं। जिहड़ा बंदा ए सोचदा होवे कि मैं ए थैला हां, किहड़ा थैला? तीन धातुआं नाल बनिया दा थैला। आयुर्वेद दे विच तीन धातुआं कहीआं गईआं, वात, पित्त ते कफ, जिहदे नाल शरीर बनिया अकॉर्डिंग टू आयुर्वेदा। ते स्वधी क्लत्रादिषु भौमिज्यति, है ना, इस शरीर नूं मंनदा है कि मैं यही शरीर ही हां, ते इस शरीर दे नाल संबंधित जिहड़े रिश्तेदार ने उहनां नूं अपना समझदा है। यही है साडी, मतलब कि साडे जिन्ने रिश्तेदार ने वो सारे मेरे ने, ते जिहड़ा बंदा मेरा रिश्तेदार नहीं हैगा वो मेरा अपना बंदा नहीं है, वो बेगाना है। है ना, जिवें उन्हां नूं की कहना, उन्हां नूं लोकी क्या देना, लोकी की कहने, लोकी ते चलो लोकी कौन ने? जिहड़े बंदे साडे घर दे नहीं हैगे, बाहर दे लोग, उन्हां नूं लोक कहा जांदा। दूजे जिहड़े बंदे ने वो मेरे नहीं हैगे। मेरे कौन है? जिहड़े मेरे इस शरीर दे नाल संबंधित ने, जिवें मेरी मम्मी, मेरा पापा, मेरी भैन, मेरा भरा, मेरा चाचा, मेरा ताया, है ना, एक मम्मी वाले पासों, एक पापे वाले पासों रिश्तेदार इकट्ठे होए दे ने, वो सारे मेरे रिश्तेदार ने, क्योंकि वो मेरे शरीर दे नाल संबंधित, या मेरी मम्मी दे शरीर दे नाल संबंधित है, या मेरे जिहड़े फादर ने ओहदे शरीर दे नाल संबंधित ने। फिर तीजी चीज की कही जा रही है? हाँ, यत, हाँ, ते जिहड़ा बंदा तीर्थ स्थान नूं एक वो समझदा है, सरोवर समझदा है। सरोवर मतलब नहान दी जगह, जिवें हरिद्वार, हरिद्वार लोकी क्यों जांदे ने? पाप धोण वास्ते, वो तो चलो कहा जाता है, पर वास्तव विच लोकी हरिद्वार जाते हैं, ठंडा ठंडे गंगा जी का पानी है, ਉਹਦੇ ਵਿੱਚ नहावांगे, मजा आएगा। गर्मी वो हैगा ना कि पंजाबी गाना, ठंडे ठंडे पानी से नहाना चाहिए, गाना आए जाना आए गाना चाहिए, टी टी टी। तो लोगों को लगता है कि पानी बड़ा ठंडा है, नहा लो, बड़ी गर्मी, मजा आ गया नहा के। नहीं बई, तीर्थ नहान वास्ते नहीं है, नहान वास्ते तुसीं अपने घर बह के नहा लो, बाल्टी भरो नहा लो। तीर्थ स्थान नूं जे तुसीं नहान दी जगह समझोगे ना, फिर ओनू की कहा जाता है? जनेश्व भिग्गेशु स एव गोखरा। उस बंदे नूं जां ते ओनू तुसीं गां ही कह लो, जां ओनू तुसीं गधा कह लो। गाई मतलब सतोगुण, गधा मतलब तमोगुण। मतलब कि तुसीं भावें सतोगुण विच भी आ जाओ, जे तुहाडी मैंटैलिटी इदां दी है, तुसीं अपने शरीर चों बाहर ही नहीं निकले, हले भी तुसीं अपने आप नूं शरीर मानदे पे हो, या इस शरीर दे नाल संबंधित जिहड़े रिश्तेदार ने उन्हां नूं तुसीं अपना समझदे हो, या तुहाडी मैंटैलिटी इदां दी बन गई है कि तीर्थ स्थान ते सिर्फ नहान दे काम आंदे है, तुसीं जां ते गाई हो जां खोता हो। ਇਹਦਾ मतलब ਤੁਹਾਨੂੰ ਪ੍ਰਤੱਖੀਕਰਨ नहीं होया, ਤੁਸੀਂ हले भी मंडेन लैवल ते उत्ते हो, मंडेन लैवल ये शरीर दे स्तर ते हो हले साडी सोच। पर प्रभुपाद लिख रहे हैं कि जिहड़ा बंदा इस आत्म प्रतੱਖੀਕਰਨ ਦੀ अवस्था ਨੂੰ प्राप्त करना चाहता है, जे तुसी ये पता करना चाहते हो कि मैं ये शरीर नहीं हैगा, या इस चीज का अनुभव करना चाहते हो, ਇਹਦਾ ਤੁਸੀਂ पक्का इरादा बना लिया है
ਅਤੇ ਸੁਖ ਅਤੇ ਦੁੱਖ ਦੀਆਂ ਚਪੇੜਾਂ ਨੂੰ ਸੰਭਾਵ ਨਾਲ ਬਰਦਾਸ਼ਤ ਕਰ ਸਕਦਾ ਹੈ, ਉਹ ਯਕੀਨੀ ਤੌਰ ਤੇ ਮੁਕਤੀ ਦੇ ਯੋਗ। ਇਸ ਸੰਸਾਰ ਦੇ ਵਿੱਚੋਂ ਮੁਕਤੀ ਕਿਹਨੂੰ ਮਿਲੇਗੀ? ਉਹਦੀਆਂ ਦੋ ਕੰਡੀਸ਼ਨ ਨੇ। ਪਹਿਲੀ ਕੰਡੀਸ਼ਨ ਹੈ ਕਿ ਉਹ ਆਪਣੇ ਆਪ ਨੂੰ ਇਸ ਚੀਜ਼ ਦਾ ਅਨੁਭਵ ਕਰ ਲੇ ਕਿ ਉਹ ਸਰੀਰ ਨਹੀਂ ਹੈ, ਉਹ ਆਤਮਾ ਹੈ, ਪਲੱਸ ਉਹ ਸੁੱਖ ਤੇ ਦੁੱਖ ਦੀਆਂ ਚਪੇੜਾਂ ਨੂੰ ਸਹਿਨ ਕਰੇ। ਸਹਿਨ ਕਰੇ ਦਾ ਮਤਲਬ ਕਿ ਉਹਦੇ ਵਿੱਚ ਸਮ ਰਵੇ। ਕ੍ਰਿਸ਼ਨ ਭਗਵਾਨ ਜੋ ਕਹਿ ਰਹੇ ਸਮ ਦੁੱਖ ਸੁਖ ਧੀਰਮ। ਜਿਹੜਾ ਬੰਦਾ ਸਮਾਨ ਰਹਿੰਦਾ, ਕਿ ਜਿਹੜਾ ਬੰਦਾ ਵਿਚਲਿਤ ਨਹੀਂ ਹੁੰਦਾ। ਹੁਣ ਤਾਂ ਚਲੋ ਇੱਕ ਸੋਚਣ ਵਾਲੀ ਗੱਲ ਹੈ, ਜਦੋਂ ਬੰਦਾ ਦੁਖੀ ਹੁੰਦਾ ਹੈ ਉਦੋਂ ਤੇ ਚਲੋ ਉਹਨੂੰ ਕਿਹਾ ਜਾ ਸਕਦਾ ਕਿ ਹੌਸਲਾ ਰੱਖ, ਕੋਈ ਦਿੱਕਤ ਨਹੀਂ ਹੈ। ਪਰ ਅਜੀਬ ਜੀ ਗੱਲ ਕੀ ਹੈ, ਕ੍ਰਿਸ਼ਨ ਇਹਦੇ ਵਿੱਚ ਸੁੱਖ ਨੂੰ ਵੀ ਦੁੱਖ ਦੇ ਨਾਲ ਹੀ ਰੱਖ ਰਹੇ। ਸਮਾਂ ਮਤਲਬ ਸਮਾਨ, ਦੁੱਖ ਸੁਖਮ। ਦੁੱਖ ਵਿੱਚ ਤੇ ਚਲੋ ਤੁਹਾਨੂੰ ਹੌਸਲਾ ਦੇ ਦਿੱਤਾ ਕਿ ਠੀਕ ਹੈ, ਕੋਈ ਦਿੱਕਤ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ, ਤੂੰ ਟੈਨਸ਼ਨ ਨਾ ਲੈ, ਹਨਾ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਪਰ ਜਦੋਂ ਸੁੱਖ ਮਿਲਦਾ ਹੈ ਉਦੋਂ ਵੀ ਸਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਬੜਾ ਅਜੀਬ ਜਿਹਾ ਨਹੀਂ ਹੈ ਨਾ? ਦੁੱਖ ਵਿੱਚ ਤੇ ਚਲੋ ਵਿਚਲਿਤ ਹੋ ਜਾਂਦੇ ਨੇ, ਸੁੱਖ ਵਿੱਚ ਕਾਹਦਾ ਵਿਚਲਣ ਹੈ? ਉਲਟਾ ਅਸੀਂ ਤੇ ਸੁੱਖ ਲੈਣ ਦਾ ਪ੍ਰਯਾਸ ਕਰਦੇ ਹਾਂ। ਪਰ ਕ੍ਰਿਸ਼ਨਾ ਕਹਿ ਰਿਹਾ ਹੈ ਕਿ ਜਦੋਂ ਤੁਸੀਂ ਸੁਖੀ ਹੁੰਦੇ ਹੋ ਤਾਂ ਵੀ ਵਿਚਲਿਤ ਹੋਣ ਦੀ ਲੋੜ ਨਹੀਂ ਹੈ, ਉਹਦੇ ਵਿੱਚ ਵੀ ਤੁਸੀਂ ਸਮਾਨ ਰਹੋ। ਜਦੋਂ ਬੰਦਾ ਮੰਨ ਲਓ ਕਿ ਘਰ ਕਿਸੇ ਦੀ ਕੋਈ ਮੌਤ ਹੋ ਗਈ, ਕੋਈ ਡੈਥ ਹੋ ਗਈ, ਉਦੋਂ ਤੇ ਚਲੋ ਬੰਦਾ ਰੋਂਦਾ ਚੰਗਾ ਲੱਗਦਾ, ਉਹਨੂੰ ਲੋਕੀ ਸਮਝਾਉਂਦੇ ਨੇ ਕਿ ਕੋਈ ਨੂੰ ਰੋ ਨਾ, ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ। ਪਰ ਜਦੋਂ ਕਿਸੇ ਦਾ ਬਰਥਡੇ ਆਉਂਦਾ ਹੈ ਜਾਂ ਐਨੀਵਰਸਰੀ ਆਉਂਦੀ ਹੈ ਜਾਂ ਕੁਛ ਵੀ ਖੁਸ਼ੀ ਦਾ ਕੋਈ ਮੌਕਾ ਆਉਂਦਾ, ਉਦੋਂ ਵੀ ਇਹੀ ਕਹਿਣਾ ਕਿ ਯਾਰ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ। ਟੈਨਸ਼ਨ ਨਾ ਲੈ ਜ਼ਿਆਦਾ ਕਿ ਮੈਂ ਸੁਖੀ ਹਾਂ ਤੇ ਮੈਂ ਹਮੇਸ਼ਾ ਵਾਸਤੇ ਸੁਖੀ ਰਵਾਂ ਨਾ। ਜਿੱਦਾਂ ਸੁੱਖ ਆਂਦਾ ਉਦਾਂ ਹੀ ਦੁੱਖ ਆਂਦਾ, ਤੇ ਜਿੱਦਾਂ ਦੁੱਖ ਚਲਾ ਜਾਂਦਾ ਹੈ ਉਦਾਂ ਸੁੱਖ ਵੀ ਚਲਾ ਜਾਏਗਾ। ਨਾ ਸੁੱਖ ਪਰਮਾਨੈਂਟ ਰਹਿੰਦਾ, ਨਾ ਦੁੱਖ ਪਰਮਾਨੈਂਟ ਰਹਿੰਦਾ। ਇਹਨੂੰ ਕਹਿੰਦੇ ਨੇ ਸਮਾਂ। ਟੈਨਸ਼ਨ, ਇੱਕ ਡਿਵੋਟੀ ਨੂੰ ਇਸ ਚੀਜ਼ ਦੀ ਟੈਨਸ਼ਨ ਨਹੀਂ ਹੁੰਦੀ ਕਿ ਅੱਜ ਮੈਂ ਸੁਖੀ ਹਾਂ। ਜਿਵੇਂ ਸਾਡੇ ਘਰਾਂ ਦੇ ਵਿੱਚ ਕੀ ਪ੍ਰੋਬਲਮ ਹੈ, ਸਾਡੇ ਸਮਾਜ ਦੇ ਵਿੱਚ ਕੀ ਪ੍ਰੋਬਲਮ, ਮੰਨ ਲਓ ਕਿ ਘਰ ਮੰਮੀ ਨੇ ਕੋਈ ਸਵਾਦ ਸਬਜ਼ੀ ਬਣਾਈ, ਸਵਾਦ ਸਬਜ਼ੀ ਇਨ ਦੀ ਸੈਂਸ ਕਿ ਮੰਨ ਲਓ ਕਿ ਮਟਰ ਪਨੀਰ ਬਣਾਤਾ। ਪੰਜਾਬ ਦੇ ਵਿੱਚ ਤੇ ਇੱਕੋ ਇੱਕ ਚੀਜ਼ ਹੈ ਮਟਰ ਪਨੀਰ ਬਣ ਲਓ ਜਾਂ ਪਨੀਰ ਹੀ, ਬਸ ਪਨੀਰ ਮਤਲਬ ਕਿ ਬਹੁਤ ਵੱਡੀ ਚੀਜ਼ ਹੈ ਪਨੀਰ ਬਣਾਇਆ ਜੀ। ਵਾਹ ਜੀ ਵਾਹ, ਵਿਆਹ ਦੇ ਵਿੱਚ ਜੇ ਪਨੀਰ ਨਹੀਂ ਬਣਾਇਆ ਤੇ ਕੀ ਬਣਾਇਆ? ਮਤਲਬ ਕਿ ਪਨੀਰ ਨੂੰ ਇੱਕ ਉਹ ਮੰਨਿਆ ਜਾਂਦਾ ਹੈ, ਇੱਕ ਸਟੇਟਸ ਹੈ ਕਿ ਖੁਸ਼ੀ ਦਾ ਮੌਕਾ ਤੇ ਪਨੀਰ ਬਣਾਓ। ਠੀਕ ਹੈ ਵੀ, ਘਰੋਂ ਤੁਹਾਡੇ ਘਰ ਤੁਹਾਡੇ ਪਨੀਰ ਬਣਿਆ, ਜ਼ਿਆਦਾ ਟੈਨਸ਼ਨ ਦੀ ਲੋੜ ਨਹੀਂ ਹੈ। ਕੱਲ ਨੂੰ ਮੂੰਗੀ ਦੀ ਦਾਲ ਵੀ ਬਣੇਗੀ। ਰੋਜ਼ ਰੋਜ਼ ਮੰਮੀ ਨੇ ਪਨੀਰ ਨਹੀਂ ਬਣਾਉਣਾ। ਮੰਮੀ ਦਾ ਦਿਲ ਕਰੇ ਤੇ ਮੰਮੀ ਕਦੀ ਪਨੀਰ ਬਣਾ ਦੇਗੀ, ਕਦੀ ਮੰਮੀ ਨੇ ਘੀਆ ਬਣਾ ਦੇਣਾ। ਤੇ ਜਦੋਂ ਘੀਆ ਬਣੇਗਾ ਫਿਰ ਪਨੀਰ ਖਾਣ ਵਾਲਿਆਂ ਨੇ ਮੂੰਹ ਫੈਲਾ ਲੈਣਾ, ਯਾਰ ਆ ਕੀ ਮਤਲਬ ਘੀਆ ਬਣਾਤਾ, ਇਹ ਕੌਣ ਖਾਂਦਾ? ਇਹ ਤੇ ਬੰਦੇ ਵੀ ਨਹੀਂ ਖਾਂਦੇ, ਇਹ ਤੇ ਗਾਲਾਂ ਕੱਢਦਾ, ਇਹ ਤੇ ਮੈਨੂੰ ਦੰਦੀਆਂ ਵੱਢਦਾ। ਪਨੀਰ ਬਣਾਓ ਰੋਜ਼, ਤੇ ਰੋਜ਼ ਪਨੀਰ ਤੇ ਬਣਨਾ ਨਹੀਂ ਹੈ। ਇਸ ਕਰਕੇ ਪਨੀਰ ਜੇ ਤੁਹਾਨੂੰ ਮਿਲਿਆ ਹੈ, ਜਿਹਦੇ ਵਿੱਚ ਜ਼ਿਆਦਾ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਕੋਈ ਦਿੱਕਤ ਨਹੀਂ ਹੈ, ਜ਼ਿਆਦਾ ਖੁਸ਼ ਹੋਣ ਦੀ ਲੋੜ। ਮੈਨੂੰ ਯਾਦ ਆਉਂਦਾ ਵੀ ਇੱਕ ਸੀ, ਉਹ ਸ਼ਾਇਦ ਤੁਸੀਂ ਸੁਣਿਆ ਹੋਏ ਸ਼ੇਖ ਚਿੱਲੀ ਬਾਰੇ। ਤੇ ਜੇ ਨਹੀਂ ਸੁਣਿਆ, ਇੱਕ ਵਾਰੀ ਸ਼ੇਖ ਚਿੱਲੀ ਨੂੰ ਇਨਵੀਟੇਸ਼ਨ ਮਿਲਿਆ ਰਾਜਾ ਦੇ ਦਰਬਾਰ 'ਚ। ਉਹ ਗਿਆ ਰਾਜਾ ਦੇ ਦਰਬਾਰ ਦੇ ਵਿੱਚ, ਜ਼ਿਆਦਾ ਅਮੀਰ ਤੇ ਨਹੀਂ ਸੀ ਸ਼ੇਖ ਚਿੱਲੀ, ਸਾਰੇ ਬੰਦੇ ਆਏ, ਦਾਵਤ ਬੜੀ ਵੱਡੀ ਦਾਵਤ, ਉੱਤੇ ਦਾਵਤ ਰਾਜਾ ਦੀ ਦਾਵਤ ਹੈ ਤੇ ਫਿਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣੇ ਨੇ, ਇੱਧਰ ਉੱਧਰ ਦੀਆਂ ਚੀਜ਼ਾਂ, ਵੈਰਾਈਟੀ ਹੀ ਵੈਰਾਈਟੀ, ਬਹੁਤ ਸਾਰੀਆਂ ਚੀਜ਼ਾਂ, ਤੇ ਲੋਕੀ ਧੜਾ ਧੜ ਖਾਂਦੇ ਪਏ। ਪਰ ਇਹਨਾਂ ਨੇ ਕੀ ਕੀਤਾ, ਜਿਹੜਾ ਬੰਦਾ ਸੀ ਸ਼ੇਖ ਚਿੱਲੀ, ਇਹ ਇੱਥੇ ਸਿੰਪਲ ਦਾਲ ਚਾਵਲ ਖਾ ਰਿਹਾ। ਤੇ ਸਾਰਿਆਂ ਨੇ ਬੜਾ ਮਜ਼ਾਕ ਉਡਾਇਆ ਕਿ ਯਾਰ ਤੂੰ ਹੱਦ ਹੈ, ਦਾਲ ਚਾਵਲ ਤੂੰ ਰੋਜ਼ ਖਾਂਦਾ, ਅੱਜ ਤੈਨੂੰ ਨਵੀਂ ਚੀਜ਼ ਮਿਲੀ ਹੈ, ਮੰਨ ਲਓ ਕਿ ਪਨੀਰ ਟਿੱਕਾ ਤੈਨੂੰ ਮਿਲਿਆ ਖਾਣ ਨੂੰ, ਤੇ ਤੂੰ ਪਨੀਰ ਟਿੱਕਾ ਖਾਣਾ, ਤੂੰ ਕੀ ਦਾਲ ਚੌਲ ਖਾਣਾ ਪਿਆ? ਤੇ ਸ਼ੇਖ ਚਿੱਲੀ ਨੇ ਬੜਾ ਵਧੀਆ ਆਂਸਰ ਦਿੱਤਾ ਹੈ ਕਿ ਅੱਜ ਜੇ ਮੈਂ ਪਨੀਰ ਟਿੱਕਾ ਖਾ ਲਿਆ ਜਾਂ ਇੱਥੋਂ ਦੀਆਂ ਜਿਹੜੀਆਂ ਆਈਟਮਸ ਨੇ ਉਹਦਾ ਮੈਂ ਟੇਸਟ ਕਰ ਲਿਆ, ਕੱਲ ਨੂੰ ਤੇ ਫਿਰ ਮੇਰੀ ਜੀਭ ਨੇ ਮੈਨੂੰ ਗਾਲਾਂ ਕੱਢਣੀਆਂ। ਕਹਿੰਦਾ ਕਿ ਲਿਆਓ ਜੀ ਪਨੀਰ ਟਿੱਕਾ ਲਿਆਓ, ਲਿਆਓ ਫਲਾਣੀ ਟਮਕਾਣੀ ਚੀਜ਼ ਲੈ ਕੇ ਆਓ, ਉਹ ਬੜਾ ਸਵਾਦ ਸੀ, ਉਹ ਖਾਂਦੇ ਆ,
वो चीज़ किद्दां बनाई सी, मैं पूछां तुसीं वो चीज़ किद्दां बनाई, प्रॉब्लम आ जाएगी। क्योंकि मेरे कोल तो इन्ने पैसे है नहीं है कि रोज़-रोज़ मैं इदां दीयां चीज़ां खावां। इस करके मैं जो रोज़ खाना है, मैं चीज़ ਉਹੀ खानी। ਇਹ ਬੜੀ ਵਧੀਆ ਇਹ ਤੋਂ ਸਾਨੂੰ ਇੱਕ ਉਹ ਮਿਲਦੀ ਹੈ, ਇੱਕ ਨਸੀਹਤ ਮਿਲਦੀ ਹੈ ਕਿ ਸਾਡੀ ਜਿਹੜੀ ਲਾਈਫ ਹੈ, ਅਸੀਂ ਆਪਣੀ ਲਾਈਫ ਨੂੰ ਆਰਟੀਫੀਸ਼ੀਅਲ ਬਣਾ ਲਿਆ। ਆਰਟੀਫੀਸ਼ੀਅਲ ਇਨ ਦ ਸੈਂਸ ਕਿ ਸਾਨੂੰ ਲੱਗਦਾ ਵੈ ਕਿ ਸਾਡਾ ਜਿਹੜਾ ਸਟੈਂਡਰਡ ਹੈ, ਸਾਡਾ ਸਟੈਂਡਰਡ ਵੀ ਕੀ ਸਟੈਂਡਰਡ ਹੈ। ਅੱਜ ਹੀ ਕੇਸ਼ਵਾਨੰਦ ਨੂੰ ਗੱਲ ਕਰਦੇ ਪਏ ਸੀ ਕਿ ਸਾਡਾ ਲਾਈਫ ਸਟਾਈਲ ਕੀ ਹੈ। ਸਵੇਰ ਹੋਈ ਨਾ, ਨਹਾਤੇ ਧੋਤੇ, ਨਾਸ਼ਤਾ ਕੀਤਾ, ਉਸ ਤੋਂ ਬਾਅਦ ਕੀ ਹੋਇਆ, ਚਲੇ ਗਏ ਆਪਣੇ ਕੰਮ ਤੇ, ਸ਼ਾਮੀ ਆਏ, ਰੋਟੀ ਖਾਧੀ, ਉਸ ਤੋਂ ਬਾਅਦ ਵਾਈਫ ਦੇ ਨਾਲ ਥੋੜੀਆਂ ਗੱਲਾਂ ਕੀਤੀਆਂ ਜਾਂ ਬਾਜ਼ਾਰ ਚਲੇ ਗਏ, ਥੋੜਾ ਘੁੰਮ ਫਿਰ ਕੇ ਆ ਗਏ, ਡਕਾਰ ਡਕੂਰ ਮਾਰ ਕੇ ਸੌਂ ਗਏ। ਅਗਲੇ ਦਿਨ ਕੁਝ ਨਵਾਂ ਨਹੀਂ ਕੀਤਾ, ਜੋ ਅੱਜ ਕੀਤਾ ਹੈ ਕੱਲ ਉਹੀ ਚੀਜ਼ ਰਿਪੀਟ ਕਰਨੀ, ਤੀਜੇ ਦਿਨ ਵੀ ਉਹੀ, ਚੌਥੇ ਦਿਨ ਵੀ ਉਹੀ। ਦਿਨ ਨਿਕਲ ਜਾਂਦੇ ਨੇ, ਮਹੀਨੇ ਨਿਕਲ ਜਾਂਦੇ ਆ, ਲੋਕਾਂ ਦੇ ਸਾਲੋਂ ਸਾਲ ਨਿਕਲ ਜਾਂਦੇ ਆ, ਲਾਈਫ ਸਟਾਈਲ ਸੇਮ ਚੱਲਦਾ ਰਹਿੰਦਾ, ਬਿਲਕੁਲ ਸੇਮ, ਕੋਈ ਫਰਕ ਨਹੀਂ। ਸਵੇਰੇ ਉੱਠੋ, ਨਾਸ਼ਤਾ ਕਰੋ, ਕੰਮ ਤੇ ਜਾਓ, ਰਾਤੀ ਆਓ, ਰੋਟੀ ਖਾਓ, ਸੌਂ ਜਾਓ। ਇਹਦੇ ਵਿੱਚ ਸਾਰਾ ਦਿਨ ਤੂੰ ਚੈਂ ਚੈਂ ਟੀ ਟੀ ਟੈਂ ਟੈਂ ਹੁੰਦਾ ਰਹਿੰਦਾ। ਸਾਰੇ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ, ਲੋਕੀ ਲੜਦੇ ਨੇ, ਵੋਟੀ ਲੜਦੀ ਵੀ ਹੈ ਨਾ, ਵੋਟੀ ਦਾ ਜਿਹੜਾ ਘਰ ਵਾਲਾ ਉਹ ਲੜਦਾ ਪਿਆ, ਦੋਵਾਂ ਦੇ ਵਿੱਚ ਲੜਾਈ ਚੱਲਦੀ ਵੀ ਹੈ, ਮਤਲਬ ਕਿ ਗੁੱਤੋ ਗੁੱਤੀ ਹੋਈ ਦੀ ਹੈ, ਨਨਾਣ ਭਰਜਾਈ ਜਾਂ ਸੱਸ ਨੂੰ, ਸਾਰਿਆਂ ਨੂੰ ਪਤਾ ਕੀ ਚੱਲਦਾ ਹੈ ਘਰਾਂ ਦੇ ਵਿੱਚ। ਤੂੰ ਰੋਟੀ ਨਹੀਂ ਬਣਾਈ, ਤੂੰ ਰੋਟੀ ਬਣਾਈ ਜਾਂਦੀ ਹੈ ਨਾ, ਤੁਸੀਂ ਉੱਠੀ ਨਹੀਂ, ਤੂੰ ਏਦਾਂ, ਤੂੰ ਫਲਾਣਾ, ਤੂੰ ਖਾਣਾ, ਚੱਲਦਾ ਰਹਿੰਦਾ, ਟੀ 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 ਚੱਲਦਾ ਰਹਿੰਦਾ ਰੋਜ਼ ਬਿਨ ਨਾਗਾ। ਲੋਕੀ ਕਹਿੰਦੇ ਨੇ ਕਿ ਸਾਡੀ ਲਾਈਫ ਬੜੀ ਵਧੀਆ ਲਾਈਫ, ਇਹ ਚੱਲਦਾ ਪਿਆ। ਈਵਨ ਡਿਵੋਟੀਜ਼ ਦੀ ਲਾਈਫ ਦੇ ਵਿੱਚ ਵੀ ਇਦਾਂ ਚੱਲਦਾ ਪਿਆ। ਨੋਨ ਡਿਵੋਟੀਜ਼ ਦੀ ਮੈਂ ਗੱਲ ਨਹੀਂ ਕਰਦਾ ਪਿਆ, ਡਿਵੋਟੀਜ਼ ਸਰਕਲ ਹੀ ਇਦਾਂ ਦਾ ਹੈ, ਸੰਤੁਸ਼ਟੀ ਖਤਮ ਹੋ ਚੁੱਕੀ ਹੈ ਨਾ। ਲੋਕਾਂ ਨੂੰ ਲੱਗਦਾ ਹੈ ਕਿ ਇਹੀ ਲਾਈਫ ਹੈ, ਪਰ ਪ੍ਰਭੂ ਜੀ ਕਹਿ ਰਹੇ ਕਿ ਜੇ ਇਹ ਲਾਈਫ ਹੈ ਤੇ ਫਿਟੇ ਮੂੰਹ ਇਹੋ ਜਿਹੀ ਲਾਈਫ, ਇਹ ਕੋਈ ਲਾਈਫ ਹੈ? ਬਿਲਕੁਲ ਰੱਦੀ ਲਾਈਫ। ਵਿਆਹ ਕਰ ਲਓ ਜੀ, ਮੁੰਡੇ ਦਾ ਵਿਆਹ ਕਰ ਦੋ, ਠੀਕ ਹੈ, ਮੁੰਡੇ ਦਾ ਵਿਆਹ ਹੋ ਗਿਆ, ਉਸ ਤੋਂ ਬਾਅਦ ਹੁਣ ਤੇ ਮੈਂ ਮੁੰਡੇ ਦੇ ਨਿਆਣੇ ਵੇਖਣੇ ਨੇ, ਠੀਕ ਹੈ, ਨਿਆਣੇ ਆ ਗਏ, ਫਿਰ ਹੁਣ ਕੀ ਕਰਨਾ ਹੈ, ਹੁਣ ਤੇ ਮੈਂ ਇਹਨਾਂ ਦਾ ਵਿਆਹ ਵੀ ਕਰਨਾ, ਪੋਤੇ ਵੇਖਣੇ ਨੇ, ਪੋਤੇ ਦੇ ਪੜਪੋਤੇ ਵੇਖਣੇ ਨੇ, ਮੈਂ ਉਹਨਾਂ ਦਾ ਵਿਆਹ ਕਰਨਾ। ਪਤਾ ਨਹੀਂ ਕੀ ਸ਼ੌਂਕ ਚੜਿਆ ਦਾ ਉਹ ਲੋਕਾਂ ਨੂੰ ਵਿਆਹ ਕਰਨ ਦਾ ਜਾਂ ਵਿਆਹ ਕਰਾਉਣ ਦਾ। ਪਰ ਬੜੀ ਅਜੀਬ ਜੀ ਗੱਲ ਹੈ, ਜਿਹੜੇ ਬੰਦੇ ਵਿਆਹ ਕਰਾਉਂਦੇ ਨੇ, ਮੈਂ ਨਾਮ ਨਹੀਂ ਲੈਣਾ, ਇੱਕ ਡਿਵੋਟੀ ਦਾ ਵਿਆਹ ਹੋਇਆ ਤੇ ਅਗਲੇ ਦਿਨ ਹੀ ਉਹਨੇ ਮੈਨੂੰ ਕਹਿ ਦਿੱਤਾ, ਉਸ ਡਿਵੋਟੀ ਨੇ, ਕਿ ਪ੍ਰਭੂ ਜੀ ਵਿਆਹ ਨਾ ਕਰਾਏ। ਮੈਂ ਕਿਹਾ ਇਹ ਤੇ ਤੈਨੂੰ ਕਿੰਨੇ ਸਾਲ ਹੋ ਗਏ ਹੀ ਕਹਿੰਦੇ ਪਿਆ ਕਿ ਵਿਆਹ ਨਾ ਕਰਾਇਓ, ਇਹ ਹੁਣ ਤੈਨੂੰ ਕੀ ਰਾਤੋਂ ਰਾਤ ਪਤਾ ਲੱਗ ਗਿਆ ਕਿ ਅਗਲੇ ਦਿਨ ਹੀ ਤੂੰ ਮੈਨੂੰ ਕਹਿ ਦਿੱਤਾ ਵਿਆਹ ਨਾ ਕਰਾਓ? ਨਹੀਂ ਪ੍ਰਭੂ ਜੀ ਵਿਆਹ ਨਾ ਕਰਾਏ। ਹੱਦ ਹੈ, ਮਤਲਬ ਕਿ ਖੁਰਕ ਹੈ ਬਸ। ਲੋਕਾਂ ਨੂੰ ਲੱਗਦਾ ਹੈ ਕਿ ਵਿਆਹ ਕਰਾ ਕੇ ਅਸੀਂ ਖੁਸ਼ ਹੋ ਜਾਵਾਂਗੇ। ਇਹ ਏਦਾਂ ਦੀ ਗੱਲ ਨਹੀਂ ਹੈ ਕਿ ਮੈਂ ਵਿਆਹ ਦੇ ਖਿਲਾਫ ਹਾਂ ਜਾਂ ਵਿਆਹ ਨਹੀਂ ਕਰਾਉਣਾ ਚਾਹਤਾ, ਵਿਆਹ ਕਰਾ ਲਓ, ਕੋਈ ਪ੍ਰੋਬਲਮ ਨਹੀਂ ਹੈ, ਪਰ ਵਿਆਹ ਕਰਾਣਾ ਹੀ ਫਾਈਨਲ ਡੈਸਟੀਨੇਸ਼ਨ ਹੈ, ਉਹ ਤੇ ਫਿਰ ਇੱਕ ਗੰਦੀ ਸੋਚ ਹੈ, ਉਹ ਇੱਕ ਘਟੀਆ ਸੋਚ ਹੈ। ਠੀਕ ਹੈ, ਵਿਆਹ ਕਰਾਣਾ ਕਰਾ ਲਓ, ਜੇ ਤੁਹਾਨੂੰ ਲੱਗਦਾ ਹੈ ਤੁਹਾਨੂੰ ਵਿਆਹ ਕਰਾਣਾ ਚਾਹੀਦਾ ਹੈ ਤੇ ਵਿਆਹ ਕਰਾ ਲਓ, ਪਰ ਵਿਆਹ ਕਰਾ ਕੇ ਕਰਨਾ ਕੀ ਹੈ? ਜੇ ਉਹ ਨਾ ਕੀਤਾ ਫਿਰ ਵਿਆਹ ਕਰਾਉਣ ਦਾ ਕੋਈ ਫਾਇਦਾ ਨਹੀਂ। ਇਹਦੇ ਨਾਲ ਵਧੀਆ ਕਿ ਵਿਆਹ ਨਾ ਹੀ ਕਰਾਓ। ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਸਾਡਾ ਜਿਹੜਾ ਲਾਈਫ ਸਟਾਈਲ ਬਣਾ ਲਿਆ ਹੈ ਅਸੀਂ ਆਪਣਾ, ਸਵੇਰ ਤੋਂ ਲੈ ਕੇ ਰਾਤ ਤੱਕ ਸਾਡਾ ਜਿਹੜਾ ਜੀਵਨ ਨਿਕਲਦਾ ਪਿਆ, ਉਹ ਬਿਲਕੁਲ ਹੀ ਵੇਸਟ ਜੀਵਨ ਜਾ ਰਿਹਾ। ਕੋਈ ਆਊਟਪੁੱਟ ਨਹੀਂ ਆ ਰਿਹਾ, ਕੁਝ ਵੀ ਨਹੀਂ ਆ ਰਿਹਾ। ਔਰ ਕਹਿੰਦੇ ਕਿ ਇਹੀ ਕੀ ਸੋਚਦੇ ਆ ਕਿ ਇਹ ਸਾਡੀ ਲਾਈਫ। ਪ੍ਰੋਬਲਮ ਹੈ ਕਿਉਂਕਿ ਥੋੜਾ ਜਿਹਾ ਸੁੱਖ ਮਿਲਦਾ ਸਾਨੂੰ ਇਸ ਲਾਈਫ ਤੇ ਜੀ, ਬੱਲੇ ਬੱਲੇ ਬੱਲੇ, ਵਾਹ ਜੀ ਵਾਹ, ਵਾਹ ਜੀ ਵਾਹ। ਹੁਣ ਤੇ ਦੇਖੋ ਜੀ, ਸਾਡੀ ਮਾਸੀ ਦੇ ਮੁੰਡੇ ਦਾ ਵਿਆਹ ਆ ਗਿਆ ਹੈ, ਠੀਕ ਹੈ ਵੀ, ਇਹੀ ਹੈ, ਹੋਰ ਕੀ ਹੈ। ਮੁੰਡੇ ਉਹਨਾਂ ਨੇ ਜੀ ਕੀ ਹੈ, ਉਹਨਾਂ ਨੇ ਬਰਫੀ ਭੇਜੀ ਹੈ, ਕਾਜੂ ਵਾਲੀ ਬਰਫੀ ਭੇਜੀ, ਕਾਜੂ ਕਤਲੀ ਭੇਜੀ ਹੈ, ਜਾਂ ਡਰਾਈ ਫਰੂਟ ਭੇਜਿਆ ਹੈ। ਬੜੇ ਅਮੀਰ ਬੰਦੇ, ਉਹਨਾਂ ਨੇ ਬੜਾ ਵੱਡਾ ਪੈਲੇਸ ਕੀਤਾ ਹੈ, ਉਹ ਫਲਾਣਾ ਹੈ ਟਮਕਾਣਾ ਹੈ। ਪੈਸੇ ਨਾਲ ਸਾਨੂੰ ਲੱਗਦਾ ਹੈ ਕਿ ਸੁਖੀ ਹੋ ਗਏ ਆ, ਪਰ ਨਹੀਂ, ਪੈਸੇ ਨਾਲ ਅੱਜ ਤੱਕ ਕੋਈ ਸੁਖੀ ਨਹੀਂ ਹੋਇਆ। ਥੋੜਾ ਜਿਹਾ ਟਾਈਮ
ਤੁਸੀਂ ਹੱਸ ਸਕਦੇ ਹੋ, ਥੋੜਾ ਟਾਈਮ ਤੁਸੀਂ ਆਪਣਾ ਦਿਖਾਵਾ ਕਰ ਸਕਦੇ ਹੋ, ਹਨਾ, ਆਪਣੇ ਹੱਥ ਦੀਆਂ ਮੁੰਦਰੀਆਂ ਵਿਖਾ ਸਕਦੇ ਹੋ, ਵੇਖ ਮੇਰੇ ਹੱਥ ਦੇ ਵਿੱਚ 10 ਮੁੰਦਰੀਆਂ ਪਾਈਆਂ, ਜਾਂ ਮੇਰੀ ਜਿਹੜੀ ਚੈਨੀ ਉਹ ਮੋਟੀ ਹੈ, ਸੋਨੇ ਦੇ ਮੇਰੇ ਕਾਂਟੇ ਨੇ, ਕੰਨ ਭਾਵੇਂ ਥੱਲੇ ਡਿੱਗੇ ਨੇ, ਉਹਦਾ ਕੋਈ ਫਾਇਦਾ ਨਹੀਂ ਹੈ। ਤੁਹਾਡਾ ਜਿਹੜਾ ਸਟੇਟਸ ਇੱਕ ਦਿਨ ਖਤਮ ਹੋ ਜਾਣਾ, ਤੁਹਾਡੀ ਜਿਹੜੀ ਪ੍ਰੋਟੈਕਸ਼ਨ ਹੈ ਇੱਕ ਦਿਨ ਖਤਮ ਹੋ ਜਾਣੀ। ਤੁਸੀਂ ਜਿਹੜੇ ਜੰਦਰੇ ਲਾ ਕੇ ਸੌਂਦੇ ਹੋ, ਤੁਹਾਨੂੰ ਲੱਗਦਾ ਵੈ ਕਿ ਹੁਣ ਕੋਈ ਟੈਨਸ਼ਨ ਨਹੀਂ ਹੈ, ਹੁਣ ਤਾਂ ਹੀ ਆਪਣੇ ਘਰ ਦੇ ਅੰਦਰੋਂ ਕੁੰਡੀ ਲਾ ਲਈ ਹੈ, ਨਹੀਂ, ਪ੍ਰੋਟੈਕਸ਼ਨ ਨਹੀਂ ਮਿਲਣੀ ਜਿੰਨੀ ਦੇਰ ਤੱਕ ਭਗਵਾਨ ਦੀ ਕਿਰਪਾ ਨਹੀਂ ਹੋਏਗੀ। ਤੁਹਾਡੀ ਰੱਖਿਆ ਕੋਈ ਨਹੀਂ ਕਰ ਸਕਦਾ, ਹੋਣਾ ਹੀ ਨਹੀਂ, ਕੁਝ ਨਹੀਂ ਹੋਣਾ। ਸਭ ਚੀਜ਼ਾਂ ਇੱਥੇ ਦੀਆਂ ਇੱਥੇ ਰਹਿ, ਇਸ ਕਰਕੇ ਜੇ ਤੁਸੀਂ ਮੁਕਤੀ ਚਾਹੁੰਦੇ ਹੋ ਤੇ ਇਸ ਸੰਸਾਰ ਨੂੰ ਜ਼ਿਆਦਾ ਐਪਰੀਸ਼ੀਏਟ ਕਰਨ ਦੀ ਲੋੜ ਨਹੀਂ ਹੈ। ਸੁੱਖ ਵਿੱਚ ਜਿਹੜਾ ਬੰਦਾ ਸੁਖੀ ਨਹੀਂ ਹੁੰਦਾ, ਜਿਹੜਾ ਬੰਦਾ ਦੁੱਖ ਦੇ ਵਿੱਚ ਦੁਖੀ ਨਹੀਂ ਹੁੰਦਾ, ਸਮਾਨ ਰਹਿੰਦਾ, ਉਹ ਬੰਦਾ, ਉਹਨੂੰ ਮੁਕਤੀ ਮਿਲ ਸਕਦੀ ਹੈ। ਜਿਹੜਾ ਨਾ ਸੁੱਖ ਦੀ ਟੈਨਸ਼ਨ ਲੈਂਦਾ ਨਾ ਦੁੱਖ ਦੀ ਟੈਨਸ਼ਨ, ਉਹ ਬੰਦਾ ਮੁਕਤੀ ਦੇ ਯੋਗ ਹੈ। ਮਤਲਬ ਕਿ ਉਹ ਬੰਦਾ ਭਗਵਾਨ ਦੇ ਕੋਲ ਜਾ ਸਕਦਾ ਹੈ। ਜਿਹੜਾ ਬੰਦਾ ਨੱਚ ਟੱਪ ਕੇ ਵਹਾਉਂਦਾ, ਜਿਹੜਾ ਬੰਦਾ ਜਿਹਦਾ ਧਿਆਨ ਕੇਕ ਖਾਣ ਦੇ ਵੇਲੇ, ਜਾਂ ਜਿਹੜਾ ਬੰਦਾ ਇਹ ਸੋਚਦਾ ਪਿਆ ਕਿ ਮੈਨੂੰ ਰੋਟੀ ਨਹੀਂ ਮਿਲੀ, ਹੱਦ ਹੈ, ਤੁਸੀਂ ਮਿੱਠਾ ਨਹੀਂ ਬਣਾਇਆ, ਲੈ ਤੁਸੀਂ ਸਵੇਰੇ ਪਰੌਂਠੀਆਂ ਬਣਾ ਲਈ, ਮੈਨੂੰ ਦਹੀਂ ਨਹੀਂ ਦਿੱਤਾ। ਤੁਸੀਂ ਏਦਾਂ ਹੀ ਦੀਆਂ ਚੀਜ਼ਾਂ ਸੋਚਦੇ ਰਹੋਗੇ ਤੇ ਫਿਰ ਭੁੱਲ ਜਾਓਗੇ ਤੁਹਾਨੂੰ ਇਸ ਜਨਮ ਦੇ ਵਿੱਚ ਮੁਕਤੀ ਮਿਲ ਸਕਦੀ। ਬਿਲਕੁਲ ਮੈਂ ਛੋਟੀਆਂ ਛੋਟੀਆਂ ਕਾਮਨ ਐਗਜ਼ਾਮਪਲ ਲੈ ਰਿਹਾ, ਜਿਹੜਾ ਕਿ ਘਰਾਂ ਵਿੱਚ ਅਸੀਂ ਫੇਸ ਕਰਦੇ, ਮੈਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਨਹੀਂ ਕਰਦਾ ਪਿਆ। ਜਿਹੜਾ ਬੰਦਾ ਇੱਕ ਰੋਟੀ ਤੋਂ ਡਿਸਟਰਬ ਹੋ ਸਕਦਾ ਨਾ, ਜਿਹੜਾ ਬੰਦਾ ਜਿਹਨੇ ਮੰਨ ਲਿਆ ਕਿ ਸਬਜ਼ੀ 'ਚ ਲੂਣ ਘੱਟ ਹੈ ਨਾ, ਜਿਹੜਾ ਬੰਦਾ ਉਹ ਤੋਂ ਪਾਗਲ ਹੋ ਗਿਆ, ਸਬਜ਼ੀ 'ਚ ਲੂਣ ਹੀ ਨਹੀਂ ਪਾਇਆ, ਇਹ ਕੌਣ ਖਾਏ, ਤੂੰ ਹਲਦੀ ਨਹੀਂ ਪਾਈ, ਜਿਹੜਾ ਬੰਦਾ ਇਹ ਏਦਾਂ ਦੀਆਂ ਚੀਜ਼ਾਂ ਸੋਚਦਾ ਪਿਆ, ਇੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ, ਮੈਂ ਇੱਥੋਂ ਤੱਕ ਦੀ ਗੱਲ ਕਰਦਾ ਪਿਆ, ਉਸ ਬੰਦੇ ਨੂੰ ਮੁਕਤੀ ਕਦੀ ਨਹੀਂ ਮਿਲ ਸਕਦੀ। ਵਰਨ ਅੱਗੇ ਪ੍ਰਭਾ ਲਿਖ ਰਿਹਾ ਕਿ ਵਰਨ ਆਸ਼ਰਮ ਧਰਮ ਦੇ ਵਿੱਚ ਚੌਥੀ ਅਵਸਥਾ ਭਾਵ ਸੰਨਿਆਸ ਆਸ਼ਰਮ ਕਸ਼ਟ ਵਾਲੀ ਅਵਸਥਾ। ਪ੍ਰਭਾ ਸਿੱਧਾ ਹੀ ਸੰਨਿਆਸ ਤੇ ਲਿਆਏ, ਨਾ ਬ੍ਰਹਮਚਾਰੀ ਨਾ ਗ੍ਰਸਤ ਨਾ ਵਾਨਪ੍ਰਸਥੀ, ਸਿੱਧਾ ਹੀ ਸੰਨਿਆਸ। ਸੰਨਿਆਸ ਆਸ਼ਰਮ ਦੇ ਵਿੱਚ ਬੜੀ ਕਸ਼ਟ ਮਿਲਦਾ, ਪਰ ਜਿਹੜਾ ਆਪਣੇ ਜੀਵਨ ਨੂੰ ਅਸਲ ਵਿੱਚ ਪੂਰਨ ਬਣਾਉਣ ਪ੍ਰਤੀ ਗੰਭੀਰ ਹੈ, ਉਹ ਸਾਰੀਆਂ ਔਂਕੜਾਂ ਜੋ ਕਿ ਪਰਿਵਾਰਿਕ ਸੰਬੰਧ ਛੱਡਣ, ਪਤਨੀ ਅਤੇ ਔਲਾਦ ਨਾਲੋਂ ਸੰਬੰਧ ਤੋੜਨ ਕਰਕੇ ਪੈਦਾ ਹੁੰਦੀਆਂ ਹਨ, ਨੂੰ ਸਹਿਨ ਕਰਦਾ ਹੈ। ਲਿਖ ਰਿਹਾ ਪ੍ਰਭਾਤ, ਜਿਹੜਾ ਬੰਦਾ ਆਪਣੇ ਜੀਵਨ ਨੂੰ ਅਸਲ ਵਿੱਚ ਪੂਰਨ ਬਣਾਉਣ ਪ੍ਰਤੀ ਗੰਭੀਰ, ਕਿ ਜੇ ਤੁਸੀਂ ਚਾਹੁੰਦੇ ਹੋ ਕਿ ਮੇਰੀ ਲਾਈਫ ਪਰਫੈਕਟ ਹੋਵੇ ਤੇ ਫਿਰ ਕੀ ਕਰਨਾ ਹੈ, ਫਿਰ ਤੁਹਾਨੂੰ ਸੰਨਿਆਸ ਲੈਣਾ ਹੀ ਪੈਣਾ। ਘਰ ਬੈਠ ਕੇ ਗੁਜ਼ਾਰਾ ਨਹੀਂ ਹੋਣਾ। ਜੇ ਤੁਸੀਂ ਕਹਿੰਦੇ ਕਿ ਨਹੀਂ ਨਹੀਂ ਘਰ ਹੀ ਮੈਂ ਬੈਠਾ ਰਵਾਂ, ਉਹ ਰਿਕਮੈਂਡਡ ਨਹੀਂ ਹੈ। ਘਰ ਬੈਠੇ ਰਹੋਗੇ ਨਾ, ਅੱਜ ਦੀ ਡੇਟ ਦੇ ਵਿੱਚ ਤੁਹਾਡੀਆਂ ਨੂੰਹਾਂ ਪੁੱਤਰਾਂ ਨਹੀਂ ਕਹਿਣਾ ਮੈਂ ਕਿ ਇਹ ਮਾਤਾ ਨੇ ਪਤਾ ਨਹੀਂ ਕਦੋਂ ਜਾਣਾ, ਇਹ ਬਾਪੂ ਸਾਰਾ ਦਿਨ ਖੰਘ ਖੰਘ ਕੇ ਨਾ ਇਹਨੇ ਸਾਰੀ ਮੰਜੀ ਤੇ ਬਲਗਮ ਪਾਤੀ, ਇਹਦੇ ਖੰਘ ਦੇ ਨਾਲ ਤੇ ਰਾਤੀ ਮੇਰੇ ਬੱਚਿਆਂ ਨੂੰ ਨੀਂਦ ਨਹੀਂ ਆਉਂਦੀ, ਇਹਦੀਆਂ ਦਵਾਈਆਂ ਪਿੱਛੇ ਤੇ ਸਾਡੇ ਘਰ ਦਾ ਜਿਹੜਾ ਖਰਚਾ ਹੀ ਬੰਦ ਹੋ ਗਿਆ, ਆਂਦਾ ਹੀ ਨਹੀਂ, ਸਾਰੀਆਂ ਦਵਾਈਆਂ ਤੇ ਬੁੱਢੇ ਤੇ ਲੱਗ ਜਾਂਦੀਆਂ। ਇਹ ਮਾਤਾ ਸਾਰਾ ਦਿਨ ਟੈਂ 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 ਕਰਦੀ ਰਹਿੰਦੀ ਹੈ, ਰੋਜ਼ ਕਦੀ ਇਹਨੂੰ ਇਹ ਦੇ ਦੇ, ਕਦੀ ਇਹਨੂੰ ਇਹ ਦੇ ਦੇ, ਕਦੀ ਏਦਾਂ ਕਦੀ ਏਦਾਂ, ਕਦੀ ਇਹਨੇ ਇਮਲੀ ਖਾਣੀ ਹੈ, ਕਦੀ ਇਹਨੇ ਗੋਲਗੱਪੇ ਖਾਣੇ ਹੈ, ਇਹ ਬੁੱਢੀ ਹੋ ਗਈ ਇਹਦੇ ਨਖਰੇ ਨਹੀਂ ਸਾਹ। ਏਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ। ਜਦੋਂ ਏਦਾਂ ਦੀਆਂ ਗੱਲਾਂ ਫਿਰ ਇੱਕ ਬਜ਼ੁਰਗ ਸੋਚਦਾ ਹੈ, ਉਹ ਕਹਿੰਦਾ ਯਾਰ ਮੈਂ ਪਹਿਲਾਂ ਹੀ ਕਿਉਂ ਨਹੀਂ ਮਰ ਗਿਆ, ਮੈਂ ਕਿਉਂ ਇਹਨਾਂ ਦਾ ਵਿਆਹ ਕੀਤਾ, ਇਸ ਦਿਨ ਵੇਖਣ ਨੂੰ ਮੈਂ ਵਿਆਹ ਕੀਤਾ ਇਹਨਾਂ ਦਾ, ਹੱਦ ਹੈ। ਇਸ ਕਰਕੇ ਸ਼ਾਸਤਰਾਂ ਵਿੱਚ ਰਿਕਮੈਂਡਡ ਹੈ ਕਿ ਬਈ ਜਦੋਂ ਤੁਹਾਡੀ ਉਮਰ 60-70 ਸਾਲ ਦੀ ਹੋ ਗਈ ਹੈ ਤੇ ਘਰੋਂ ਨਿਕਲੋ, ਜਾਓ ਸੰਨਿਆਸ ਤੇ। ਘਰ ਬੈਠ ਕੇ ਤੁਸੀਂ ਆਪਣੇ ਪੋਤੇ ਪੋਤੀਆਂ ਜੇ ਵਿਆਹਨੇ ਹੈ, ਉਹਦਾ ਕੋਈ ਫਾਇਦਾ ਨਹੀਂ ਹੈ, ਪੋਤਿਆਂ ਨੇ ਹੀ ਗਾਲਾਂ ਕੱਢਣੀ ਹੈ। ਅੱਜ ਦੀ ਡੇਟ ਦੇ ਵਿੱਚ ਬਹੁਤ ਬੁਰਾ ਹਾਲ ਹੋ ਗਿਆ ਹੈ, ਜਿਹੜੇ ਬਜ਼ੁਰਗ ਹੋ ਗਏ ਨੇ ਲੋਕੀ ਤੇ ਉਹਨਾਂ ਨੂੰ ਵੇਟ ਕਰਦੇ ਕਿ ਕਦੋਂ ਇਹਨੇ ਮਰੇ, ਕਦੋਂ ਸਾਡਾ ਸਿਆਪਾ ਗੱਲੋਂ ਬੁਲਾ ਲੱਥੇ, ਬਸ ਇਹ ਬੁਰਾ ਹਾਲ ਹੋ ਗਿਆ। ਖੈਰ ਸੰਨਿਆਸ ਲੈਣਾ ਵੀ ਇਹ ਨਹੀਂ ਹੈ ਕਿ ਆਸਾਨ ਕੰਮ ਹੈ ਸੰਨਿਆਸ ਲੈਣਾ। ਸੰਨਿਆਸ ਲੈਣ ਦੇ ਵਿੱਚ ਕਸ਼ਟ ਆਉਂਦੇ ਹੈ, ਕਿਉਂਕਿ ਸਰੀਰਕ ਕਸ਼ਟ ਆਉਂਦੇ ਹੈ। ਮੈਂ ਸਰੀਰ ਨੂੰ ਜਦੋਂ ਕਸ਼ਟ ਆਉਂਦਾ ਹੈ ਤੇ ਉਸੇ ਵੇਲੇ ਦਿਮਾਗ ਬੰਦ ਹੋ ਜਾਂਦਾ ਹੈ। ਦਿਲ ਮੰਨ ਲਓ ਹਲਕਾ ਜਿਹਾ ਤੁਹਾਡੇ ਕੁਛ ਵੀ ਹੋ ਜਾਏ ਸਰੀਰ ਦੇ ਉੱਤੇ, ਉਸ ਵੇਲੇ ਮਾਈਂਡ ਡਿਸਟਰਬ ਹੋ ਜਾਂਦਾ, ਯਾਰ ਇਹ ਕੀ ਹੋ ਗਿਆ ਮੇਰੇ ਨਾਲ ਕੀ ਹੁੰਦਾ ਹੋ, ਪਰ ਤੁਹਾਡੇ ਨਾਲ ਨਹੀਂ ਹੋਇਆ, ਤੁਹਾਡੇ ਸਰੀਰ ਦੇ ਨਾਲ ਹੋਇਆ। ਪਰ ਕਿਉਂਕਿ ਸਾਡੀ ਚੇਤਨਾ ਇੰਨੀ ਬੁਰੀ ਤਰ੍ਹਾਂ ਦੇ ਨਾਲ ਅਟੈਚਡ ਹੈ ਆਪਣੇ ਸਰੀਰ ਦੇ ਨਾਲ, ਸਾਨੂੰ ਲੱਗਦਾ ਵੈ ਕਿ ਮੈਨੂੰ ਹੀ ਕੁਛ ਹੋਇਆ।
ਉਹਨੂੰ ਸਹਿਨ ਕਰੋ, ਹਨਾ। ਜਿਹੜਾ ਬੰਦਾ ਸਹਿਨ ਕਰ ਸਕਦਾ ਹੈ ਉਹ ਬੰਦਾ ਅੱਗੇ ਨਿਕਲ ਸਕਦਾ। ਪਰ ਜੇਕਰ ਕੋਈ ਇਹਨਾਂ ਔਕੜਾਂ ਨੂੰ ਬਰਦਾਸ਼ਤ ਕਰ ਲੈਂਦਾ ਹੈ ਤਾਂ ਉਸਦੇ ਆਤਮ ਪ੍ਰਤੱਖੀਕਰਨ ਦਾ ਰਸਤਾ ਸਾਫ਼ ਹੋ ਜਾਂਦਾ ਹੈ। ਪ੍ਰੋਬਲਮ ਆ ਰਹੀ ਹੈ, ਕੋਈ ਪ੍ਰੋਬਲਮ ਨਹੀਂ ਹੈ, ਹਨਾ, ਉਹਦੀ ਟੈਨਸ਼ਨ ਨਾ ਲਓ। ਕਦੀ ਵੀ ਇੱਕ ਡਿਵੋਟੀ ਨੂੰ ਪ੍ਰੋਬਲਮ ਦੀ ਟੈਨਸ਼ਨ ਨਹੀਂ ਲੈਣੀ ਚਾਹੀਦੀ, ਕਿਉਂਕਿ ਉਹਨੂੰ ਪਤਾ ਹੈ ਕਿ ਪ੍ਰੋਬਲਮ ਥੋੜੇ ਟਾਈਮ ਵਾਸਤੇ ਆਈ ਹੈ, ਬਾਅਦ ਚ ਚਲੀ ਜਾਣੀ ਹੈ। शाश्वत ਤੇ ਕੁਝ ਵੀ ਨਹੀਂ ਹੈਗਾ, ਅਸ਼ਾਸ਼ਵਤਮ, ਕੁਝ ਵੀ ਪਰਮਾਨੈਂਟ ਨਹੀਂ ਰਹਿਣਾ। ਨਾ ਤੁਹਾਡਾ ਜਿਹੜਾ ਬਚਪਨ ਸੀ ਹੋ ਰਿਹਾ, ਜਦੋਂ ਤੁਸੀਂ ਜਵਾਨ ਸੀ, ਜਿਹੜੇ ਬੰਦੇ ਹਲੇ ਜਵਾਨ ਹੈ, ਜਿਨ੍ਹਾਂ ਨੂੰ ਲੱਗਦਾ ਹਲੇ ਤੇ ਮੈਂ ਜਵਾਨ ਹਾਂ, ਤੁਸੀਂ ਜਵਾਨ ਨਹੀਂ ਰਹਿਣਾ। ਜਿਹੜੇ ਬੰਦੇ ਬਜ਼ੁਰਗ ਹੋ ਚੁੱਕੇ ਨੇ, ਇਹ ਨਹੀਂ ਹੈ ਕਿ ਉਹ ਬਜ਼ੁਰਗ ਹੀ ਰਹਿਣਗੇ, ਉਹਨਾਂ ਨੇ ਹੋਰ ਬਜ਼ੁਰਗ ਹੋਏ ਨੇ। ਜਿਹੜੇ ਬੰਦੇ ਬਹੁਤ ਜ਼ਿਆਦਾ ਬਜ਼ੁਰਗ ਹੈ ਉਹਨਾਂ ਦਾ ਤੇ ਸਰੀਰ ਹੀ ਖਤਮ ਹੋ ਜਾਣਾ। ਕੀ ਰਹਿ ਗਿਆ ਸੰਸਾਰ ਦੇ ਵਿੱਚ? ਸੰਸਾਰ ਦੇ ਵਿੱਚ ਕੁਝ ਵੀ ਪਰਮਾਨੈਂਟ ਨਹੀਂ ਹੈਗਾ, ਇਸ ਕਰਕੇ ਟੈਨਸ਼ਨ ਕਾਹਦੀ ਲੈਣੀ ਹੈ ਬਈ, ਹਨਾ। ਉਹ ਇੱਕ ਤੇ ਉਹ ਕਹਾਵਤ ਹੈ, ਕੋਈ ਜੀਵੇ ਕੋਈ ਮੋਵੇ ਸੁਥਰਾ ਘੋਲ ਪਤਾਸਾ ਪੀਵੇ, ਮੈਂ ਉਹ ਨਹੀਂ ਕਹਿ ਰਿਹਾ। ਟੈਨਸ਼ਨ ਇਸ ਸਰੀਰ ਦੀ ਜ਼ਿਆਦਾ ਨਹੀਂ ਲੈਣੀ ਚਾਹੀਦੀ, ਇਸ ਸੰਸਾਰ ਦੀ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ। ਹਾਂ, ਇੱਕ ਟੈਨਸ਼ਨ ਜ਼ਰੂਰ ਲੈਣੀ ਚਾਹੀਦੀ ਹੈ ਕਿ ਕੱਲ ਨੂੰ ਜੇ ਤੁਸੀਂ ਦੂਜੇ ਸਰੀਰ ਦੇ ਵਿੱਚ ਚਲੇ ਗਏ ਤੇ ਫਿਰ ਤੁਹਾਡੇ ਕੋਲ ਭਗਤੀ ਨਹੀਂ ਹੋਣੀ, ਫਿਰ डिवोशन नहीं होनी, है ना। वो कहते हैं ना कि समय सबसे बड़ा धन है ना, टाइम इज द ग्रेट वेल्थ। ਤੇ ਇਸ ਸਮੇਂ ਨੂੰ ਬਚਾਓ। ਸਮੇਂ ਬਹੁਤ ਘੱਟ ਹੈ ਹੀ ਨਹੀਂ ਐਕਚੁਅਲੀ। ਤੁਸੀਂ ਘੱਟ ਦੀ ਕਿੱਥੇ ਗੱਲ ਕਰਦੇ ਹੋ? ਪ੍ਰਹਲਾਦ ਮਹਾਰਾਜ ਤੇ ਇਹ ਕਹਿ ਰਹੇ ਹੈ 10 ਸਾਲ, ਜਿਹੜੇ ਪਹਿਲੇ 20 ਸਾਲ ਹੈ ਸਾਡੇ ਜੀਵਨ ਦੇ, ਉਹ ਤੇ ਏਦਾਂ ਹੀ ਲੰਘ ਜਾਂਦੇ, ਹੱਸਦੇ ਖੇਡਦੇ, ਸਕੂਲ ਚਲੇ ਗਏ, ਸਹੇਲੀਆਂ ਬਣਾ ਲੀਆਂ, ਸਹੇਲੇ ਬਣਾ ਲਏ, ਨਿਕਲ ਗਏ 20 ਸਾਲ ਦੇ ਨਿਕਲ ਗਏ। ਤੇ 20 ਸਾਲ ਜਿਹੜੇ ਐਂਡਲੇ 20 ਸਾਲ ਹੈ, ਬੁਢਾਪੇ ਦੇ 20 ਸਾਲ, ਉਹ ਇਦਾਂ ਨਿਕਲ ਜਾਂਦੇ। 40 ਸਾਲ ਤੇ ਬਿਲਕੁਲ ਹੀ ਖਤਮ ਹੋ ਜਾਂਦੇ ਨੇ। ਜੇ ਇੱਕ ਬੰਦੇ ਦੀ ਉਮਰ 100 ਸਾਲ ਹੈ ਤਾਂ ਉਹਦੇ 40 ਸਾਲ ਇਦਾਂ ਨਿਕਲ ਗਏ, 20 ਸਾਲ ਬਚਪਨ ਦੇ, 20 ਸਾਲ ਬੁਢਾਪੇ ਦੇ, ਤੇ ਕਿੰਨੇ ਬਚੇ? 60 ਸਾਲ, ਹਨਾ। 60 ਸਾਲਾਂ ਦੇ ਵਿੱਚੋਂ ਤੇ ਇੱਕ ਦਿਨ ਦੇ ਵਿੱਚ 24 ਘੰਟੇ ਹੁੰਦੇ, 12 ਘੰਟੇ ਤੇ ਉਹਦੇ ਸੌਣ ਦੇ ਵਿੱਚ ਹੀ ਨਿਕਲ ਜਾਂਦੇ ਨੇ। ਕਿ ਤੁਸੀਂ ਇਦਾਂ ਜੇ ਕੈਲਕੂਲੇਸ਼ਨ, ਬੜੀ ਵਧੀਆ ਕੈਲਕੂਲੇਸ਼ਨ ਕੀਤੀ ਹੈ ਪ੍ਰਹਲਾਦ ਮਹਾਰਾਜ ਨੇ। 100 ਸਾਲ ਦੀ ਜੇ ਉਮਰ ਹੈ ਤੇ 50 ਸਾਲ ਦੇ ਹੀ ਸੁੱਤੇ ਰਹਿ ਗਏ, 50 ਸਾਲ ਸੁੱਤੇ ਰਹਿ ਗਏ, ਉਸ ਤੋਂ ਬਾਅਦ 20 ਸਾਲ ਬਚਪਨ ਦੇ ਨਿਕਲ ਗਏ, 20 ਸਾਲ ਬੁਢਾਪੇ 'ਚ ਨਿਕਲ ਗਏ, ਕਿੰਨੇ ਬਚੇ? 10 ਸਾਲ। ਇਸ 10 ਸਾਲਾਂ ਦੇ ਵਿੱਚ ਤੁਸੀਂ ਆਪਣਾ ਵਿਆਹ ਵੀ ਕਰਾਉਣਾ ਹੈ, ਪੋਤੇ ਪੋਤੀਆਂ ਖਿਡਾਉਣੇ ਨੇ, ਫਲਾਣੇ ਢਮਕਾਣੇ, ਮੈਂ ਸਕੂਲ ਜਾਣਾ, ਮੈਂ ਫਲਾਣਾ ਢਮਕਾਣਾ, ਮੈਂ ਪੈਸੇ ਕਮਾਣੇ, ਬੜੀਆਂ ਸਾਰੀਆਂ ਚੀਜ਼ਾਂ ਨੇ। ਇਸ 10 ਸਾਲ ਦੇ ਵਿੱਚ ਕੀ ਕੀ ਕਰੋਗੇ, ਕੀ ਕੀ ਤੁਸੀਂ ਅਚੀਵ ਕਰੋਗੇ? ਇੰਨਾ ਟਾਈਮ ਹੀ ਨਹੀਂ ਹੈਗਾ, ਡਿਵੋਸ਼ਨ ਕਿੱਥੋਂ ਕਰੋਗੇ? ਜੇ ਤੁਸੀਂ ਇਸ ਜਨਮ ਵਿੱਚ ਡਿਵੋਸ਼ਨ ਨਹੀਂ ਕਰੋਗੇ ਤੇ ਕੀ ਅਗਲੇ ਜਨਮ 'ਚ ਕੀ ਬਣ ਜਾਓਗੇ? ਕੁੱਤਾ, ਬਿੱਲੀ, ਮੱਝ, ਸਾਰਾ ਦਿਨ ਘਾਹ ਖਾਂਦੇ ਰਹੋ। ਖੋਤਾ ਬਣ ਜਾਓ, ਸਾਰਾ ਦਿਨ ਭਾਰ ਢੋਈ ਜਾਓ, ਜਾਂ ਮੱਖੀਆਂ ਮੱਛਰ ਬਣ ਜਾਓ, ਲੋਕੀ ਪਤਾ ਖਤਮ। ਉਹਦਾ ਕੀ ਫਾਇਦਾ? ਇਸ ਚੀਜ਼ ਦੀ ਟੈਨਸ਼ਨ ਜ਼ਰੂਰ ਲੈ ਲਿਓ, ਬਾਕੀ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ, ਕੋਈ ਫਾਇਦਾ ਨਹੀਂ ਬਾਕੀ ਟੈਨਸ਼ਨ, ਬਾਕੀ ਤੇ ਚੀਜ਼ਾਂ ਚੱਲਦੀਆਂ ਰਹਿੰਦੀਆਂ। ਇਸ ਕਰਕੇ ਸੰਨਿਆਸ ਲੈਣਾ ਬਹੁਤ ਜ਼ਰੂਰੀ ਹੈ। ਸੰਨਿਆਸ ਇਨ ਦੀ ਸੈਂਸ, ਇਸ ਸਰੀਰ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ, ਇਸ ਪ੍ਰਕਿਰਤੀ ਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਇੱਥੇ ਹੀ ਛੱਡੋ, ਖਤਮ ਕਰੋ। ਇਹ ਚੀਜ਼ਾਂ ਤੁਹਾਡੇ ਨਾਲ ਸੰਬੰਧਿਤ ਨਹੀਂ ਹੈ। ਇਹ ਤੇ ਭਗਵਾਨ ਦੀਆਂ ਚੀਜ਼ਾਂ ਨੇ, ਭਗਵਾਨ ਦੀ ਪ੍ਰਕਿਰਤੀ ਹੈ, ਭਗਵਾਨ ਦਾ ਸੰਸਾਰ ਹੈ, ਤੇ ਭਗਵਾਨ ਦੀ ਸੇਵਾ ਵਿੱਚ ਲੱਗਣਾ ਚਾਹੀਦਾ। ਇਹਨੂੰ ਆਪਣੀ ਸੇਵਾ ਦੇ ਵਿੱਚ ਲਾਉਣ ਦੀ ਲੋੜ ਨਹੀਂ ਹੈ। ਲੋਕੀ ਟੈਨਸ਼ਨ ਕਾਦੀ ਲੈਂਦੇ ਨੇ ਕਿ ਇਹ ਕੀ ਬਣੇਗਾ, ਸੰਸਾਰ ਦਾ ਕੀ ਬਣੇਗਾ, ਹਨਾ। ਕੀ ਬਣਨਾ ਸੰਸਾਰ ਦਾ? ਕੁਛ ਨਹੀਂ। ਜਦੋਂ ਦਾ ਸੰਸਾਰ ਬਣਿਆ ਬਣਦਾ ਹੀ ਪਿਆ ਕੁਛ ਨਾ ਕੁਛ। ਤੁਸੀਂ ਤੇ ਨਵੇਂ ਆਏ ਹੋ ਸੰਸਾਰ ਦੇ ਵਿੱਚ, ਤੇ ਤੁਹਾਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ, ਤੁਸੀਂ ਆਪਣਾ ਕੰਮ ਕਰੋ ਬਸ। एग्जाम्पल ले रहे हैं प्रभुपाद कि भगवान चैतन्य महाप्रभु ने 24 ਸਾਲ ਦੀ ਉਮਰ ਵਿੱਚ ਸੰਨਿਆਸ ਲੈ ਲਿਆ ਸੀ, ਜਦੋਂ ਕਿ ਉਹਨਾਂ ਤੇ ਨਿਰਭਰ ਉਹਨਾਂ ਦਾ ਜਵਾਨ ਪਤਨੀ ਅਤੇ ਬੁੱਢੀ ਮਾਂ ਦੀ ਦੇਖਭਾਲ ਕਰਨ ਵਾਲਾ ਹੋਰ ਕੋਈ ਨਹੀਂ ਸੀ। ਮਹਾਪ੍ਰਭੂ ਚੈਤन्य ਮਹਾਪ੍ਰਭੂ, ਜਿਨ੍ਹਾਂ ਦਾ ਅਸੀਂ ਸੈਲੀਬ੍ਰੇਸ਼ਨ ਇਹੀ ਕਰਾਂਗੇ 18 ਤਾਰੀਖ ਨੂੰ, ਜਿਹੜੀ ਆ ਰਹੀ 18 ਹੋਲੀ ਵਾਲੇ ਦਿਨ, ਚੈਤन्य ਮਹਾਪ੍ਰਭੂ ਆਵਿਰਭਾਵ ਦਿਵਸ, ਜਿਹਨੂੰ ਗੌਰ ਪੂਰਨਿਮਾ ਫੈਸਟੀਵਲ ਦੇ ਨਾਂ ਤੋਂ ਜਾਣਿਆ ਜਾਂਦਾ ਹੈ।
उन्होंने यही सिखाया है कि सिखाया उन्होंने करके विखाया है कि 24 साल की उम्र ਦੇ ਵਿੱਚ ਉਹਨਾਂ ਨੇ ਸੰਨਿਆਸ ਲੈ ਲਿਆ। ਨਵਾਂ ਨਵਾਂ ਵਿਆਹ ਹੋਇਆ ਸੀ, ਉਹਦੀ ਜਿਹੜੀ ਮਦਰ ਹੈ ਬਜ਼ੁਰਗ ਸੀ, ਲੋਕੀ ਕਹਿ ਸਕਦੇ ਨੇ ਓ ਮਤਲਬ ਕਿ ਕੀ ਬਣੇਗਾ ਪਿੱਛੋਂ ਵੀ ਤੁਸੀਂ ਨਵੀਂ ਵਿਆਹੀ ਵੋਟੀ ਨੂੰ ਵੀ ਘਰ ਛੱਡ ਕੇ ਆ ਗਏ ਜਾਂ ਬਜ਼ੁਰਗ ਮਾਤਾ ਦਾ ਕੀ ਬਣੇਗਾ। ਕੋਈ ਪ੍ਰੋਬਲਮ ਨਹੀਂ। ਫਿਰ ਵੀ ਉੱਚ ਆਦਰਸ਼ ਖਾਤਰ ਉਹਨਾਂ ਨੇ ਸੰਨਿਆਸ ਲਿਆ ਅਤੇ ਆਪਣੇ ਫਰਜ਼ਾਂ ਦੀ ਪਾਲਣ ਕਰਨ ਵਿੱਚ ਸਥਿਰ ਬਣਨ ਦੇ ਸੰਨਿਆਸ ਲੈ ਲਿਆ ਫਿਰ ਵੀ ਉਹਨੇ, ਕਿਉਂਕਿ ਮਹਾਂਪੁਰੂ ਨੂੰ ਪਤਾ ਹੈ ਕਿ ਜਿੰਨੇ ਸੰਸਾਰ ਬਣਾਇਆ ਹੈ, ਜਿਹੜੇ ਸਾਡੇ ਪੇਰੈਂਟਸ ਨੇ ਜਾਂ ਸਾਡੇ ਜਿਹੜੇ ਰਿਲੇਟਿਵਸ ਨੇ ਜਾਂ ਸਾਡਾ ਜਿਹੜਾ ਸਰੀਰ ਹੈ, ਚਲੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜਦੋਂ ਤੁਸੀਂ ਇਸ ਸੰਸਾਰ ਦੇ ਵਿੱਚ ਜਨਮ ਨਹੀਂ ਸੀ ਲਿਆ, ਜਦੋਂ ਇੱਕ ਬੱਚਾ ਮਾਂ ਦੇ ਪੇਟ ਦੇ ਅੰਦਰ ਹੁੰਦਾ ਹੈ ਤੇ ਉਸ ਦੀ ਰੱਖਿਆ ਕੌਣ ਕਰਦਾ ਹੈ? ਉਸ ਛੋਟੇ ਬੱਚੇ ਦੀ ਜਿਹੜਾ ਕਿ ਪੇਟ ਦੇ ਅੰਦਰ ਹੈ, ਮਾਂ ਤਾਂ ਨਹੀਂ ਕਰਦੀ। ਮਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਅੰਦਰ ਬੇਬੀ ਹੈ, ਚਲੋ ਫੀਲਿੰਗ ਤੇ ਉਹਨੂੰ ਪਤਾ ਹੋਵੇ, ਪਰ ਅੰਦਰ ਬੱਚੇ ਦੀ ਪ੍ਰੋਟੈਕਸ਼ਨ ਕੌਣ ਕਰਦਾ ਪਿਆ? ਮੂੰਹ ਉਹਦਾ ਬੰਦ ਹੈ, ਅੱਖਾਂ ਉਹਦੀਆਂ ਬੰਦ ਨੇ, ਹਨਾ, ਉਹਦੇ ਢਿੱਡ ਦੇ ਵਿੱਚ ਜਿਹੜਾ ਉਹਦਾ ਨਾੜੂ ਹੈ, ਉਹਦੀ ਨਾਭੀ ਹੈ, ਉਹਦੇ ਥਰੂ ਉਹਨੂੰ ਪ੍ਰੋਟੀਨ ਮਿਲਦਾ ਪਿਆ, ਉਹਦੇ ਥਰੂ ਉਹਨੂੰ ਡਾਈਟ ਮਿਲਦੀ ਪਈ ਹੈ, ਸਾਰਾ ਕੁਝ ਈਚ ਐਂਡ ਐਵਰੀਥਿੰਗ ਇਜ਼ देयर। ਉਹ ਕਿੰਨੇ ਪ੍ਰੋਵਾਈਡ ਕੀਤਾ? ਕਹੇ ਨੇ ਨਹੀਂ। ਤੁਸੀਂ ਕੁਝ ਕਰ ਹੀ ਨਹੀਂ ਸਕਦੇ, ਉਸ ਛੋਟੇ ਬੱਚੇ ਨੂੰ ਤੁਸੀਂ ਕੁਝ ਨਹੀਂ ਖਵਾ ਪਿਆ ਸਕਦੇ, ਹਨਾ। ਅੰਦਰ ਉਹ ਆਕਸੀਜਨ ਕਿੱਦਾਂ ਲੈ ਰਿਹਾ ਹੈ ਭਗਵਾਨ ਜਾਣੇ, ਮਾਂ ਨੂੰ ਨਹੀਂ ਪਤਾ, ਉਹ ਸਿਰਫ ਭਗਵਾਨ ਨੂੰ ਪਤਾ। ਤੇ ਜਿਸ ਬੱਚੇ ਦੀ ਰੱਖਿਆ ਭਗਵਾਨ ਨੇ ਪੇਟ ਦੇ ਅੰਦਰ ਕੀਤੀ ਹੈ, ਉਸ ਬੱਚੇ ਦੀ ਰੱਖਿਆ ਭਗਵਾਨ ਪੇਟ ਦੇ ਬਾਹਰ ਨਹੀਂ ਕਰਨਗੇ। ਸਾਨੂੰ ਲੱਗਦਾ ਹੈ ਕਿ ਅਹੀ ਕਰਦੇ ਨੇ, ਵੀ ਆਰ ਦ ਡੂਅਰ, ਅਹੀ ਕਰਨ ਵਾਲੇ हैं, पर ਕਰਨ ਵਾਲੇ ਕੌਣ ਹੈ? ਸਪੈਸ਼ਲੀ ਮੇਨਟੇਨੈਂਸ ਕਿਹਦਾ ਕੰਮ ਹੈ? ਮੇਨਟੇਨੈਂਸ ਕੰਮ ਹੈ ਵਿਸ਼ਨੂੰ ਦਾ, ਸਾਡਾ ਕੰਮ ਨਹੀਂ ਹੈਗਾ। ਸਾਡਾ ਕੰਮ ਹੈ ਉਹਨਾਂ ਦੀ ਗੱਲ ਮੰਨਣਾ। ਇਸ ਕਰਕੇ ਭਗਵਾਨ ਦੀ ਗੱਲ ਮੰਨੋ, ਉਹ ਕੀ ਕਹਿ ਰਹੇ ਹੈ। ਚੈਤन्य महाप्रभु ने स्टैंडर्ड की सेट किया है, हायर स्टैंडर्ड ਨੂੰ ਫੋਲੋ ਕਰੋ, ਲੋਅਰ ਸਟੈਂਡਰਡ ਨੂੰ ਛੱਡਿਆ ਜਾ ਸਕਦਾ। ਜਦੋਂ ਬੱਚਾ ਸਕੂਲ ਜਾਂਦਾ ਹੈ ਪੜਨ ਵਾਸਤੇ, ਆਪਣੇ ਗੁਰੂ ਦੇ ਕੋਲ ਜਾਂਦਾ ਹੈ ਤੇ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਜਾਂਦਾ ਹੈ, ਤੇ ਗੁਰੂ ਨੂੰ ਮਾਤਾ ਪਿਤਾ ਤੋਂ ਉੱਪਰ ਮੰਨਿਆ ਜਾਂਦਾ। ਤੇ ਜੇ ਗੁਰੂ ਆਰਡਰ ਕਰੇ ਤੇ ਉਹ ਉਹਨੂੰ ਗੱਲ ਮੰਨਣੀ ਪਏਗੀ, ਉਹਦਾ ਧਰਮ ਹੈ ਨਾ। ਜੇ ਤੁਸੀਂ ਆਪਣੇ ਮਹੱਲੇ ਨੂੰ ਬਚਾਉਣਾ ਚਾਹੁੰਦੇ ਹੋ, ਤੁਹਾਨੂੰ ਆਪਣਾ ਘਰ ਛੱਡਣਾ ਪੈਣਾ ਨਾ। ਜੇ ਤੁਸੀਂ ਆਪਣੇ ਦੇਸ਼ ਨੂੰ ਬਚਾਉਣਾ ਚਾਹੁੰਦੇ ਹੋ ਤੇ ਫਿਰ ਤੁਸੀਂ ਆਪਣਾ ਮਹੱਲਾ ਛੱਡ ਸਕਦੇ ਹੋ, ਤੇ ਜੇ ਤੁਸੀਂ ਆਤਮਾ ਨੂੰ ਬਚਾਉਣਾ ਚਾਹੁੰਦੇ ਹੋ ਤੇ ਫਿਰ ਤੇ ਦੇਸ਼ ਵੀ ਛੱਡਿਆ ਜਾ ਸਕਦਾ, ਕੋਈ ਦਿੱਕਤ ਨਹੀਂ। ਹਾਇਰ ਜਿਹੜਾ ਧਰਮ ਹੈ ਉਹਨੂੰ ਫੋਲੋ ਕਰਨ ਵਾਸਤੇ ਲੋਅਰ ਧਰਮ ਨੂੰ ਛੱਡਿਆ ਜਾ ਸਕਦਾ ਹੈ। ਇਹ ਚੈਤन्य महाप्रभु ਸਾਨੂੰ ਕਰਕੇ ਹੋਇਆ। ਇਸ ਕਰਕੇ ਲੋਅਰ ਜਿਹੜੇ ਧਰਮ ਨੇ, ਲੋਅਰ ਜਿਹੜੀਆਂ ਰਿਸਪੌਂਸਿਬਿਲਿਟੀਜ਼ ਨੇ, ਉਹਨੂੰ ਨਿਭਾਉਣ ਦੀ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ। ਟੈਨਸ਼ਨ ਕਿਹਦੀ ਲੈਣੀ ਚਾਹੀਦੀ ਹੈ? ਜਿਹੜੀਆਂ ਹਾਇਰ ਅਥਾਰਟੀਜ਼ ਨੇ ਜਾਂ ਹਾਇਰ ਜਿਹੜਾ ਰਿਲੀਜਨ ਹੈ, ਹਾਇਰ ਜਿਹੜਾ ਆਰਡਰ ਹੈ, ਉਹਨੂੰ ਫੋਲੋ ਕਰਨ ਦੀ ਟੈਨਸ਼ਨ ਜ਼ਰੂਰ ਲੈਣੀ ਚਾਹੀਦੀ, ਬਾਕੀਆਂ ਦੀ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ। ਸੰਸਾਰ ਬੰਧਨ ਤੋਂ ਮੁਕਤੀ ਪਾਉਣ ਦਾ ਸਿਰਫ ਇਹ ਉਪਾਅ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਮੇਰਾ ਇਹ ਸੰਸਾਰ ਛੁੱਟੇ, ਇਸ ਸੰਸਾਰ ਨੂੰ ਛੱਡ ਕੇ ਮੈਂ ਭਗਵਾਨ ਦੇ ਕੋਲ ਜਾਵਾਂ, ਤੁਹਾਨੂੰ ਇਸ ਸੰਸਾਰ ਦੀ ਕੋਈ ਵੀ ਟੈਨਸ਼ਨ ਨਹੀਂ ਲੈਣੀ ਚਾਹੀਦੀ। ਸੁੱਖ ਆਏ ਤਾਂ ਵੀ ਕੋਈ ਟੈਨਸ਼ਨ ਨਹੀਂ ਹੈ, ਦੁੱਖ ਆਏ ਤਾਂ ਵੀ ਕੋਈ ਟੈਨਸ਼ਨ। हरे कृष्णा। श्रील प्रभुपाद की जय। किसी का कोई प्रश्न है?